ਹੈਲੋ ਸਟੂਡੈਂਟਸ, ਕਿਵੇਂ ਹੋ ਤੁਸੀਂ ਸਾਰੇ? CEP 2025-26 ਦੇ ਵਿੱਚ 9th ਕਲਾਸ ਦੀ ਮੈਥਮੈਟਿਕਸ ਦੀ ਵਰਕਸ਼ੀਟ 4 ਆ ਚੁੱਕੀ ਹੈ ਔਰ ਆਈ ਹੋਪ ਤੁਸੀਂ ਪਹਿਲੀਆਂ 3 ਵਰਕਸ਼ੀਟਸ ਬਹੁਤ ਵਧੀਆ ਤਰੀਕੇ ਨਾਲ ਸਮਝ ਲਈਆਂ ਹੋਣੀਆਂ ਤੇ ਨੋਟਸ ਵੀ ਬਣਾਏ ਹੋਣਗੇ। ਇਸ ਵਰਕਸ਼ੀਟ ਦੇ ਵਿੱਚ ਰੈਸ਼ਨਲ ਨੰਬਰਸ, ਇਰੈਸ਼ਨਲ ਨੰਬਰਸ, 3D ਫਿਗਰਸ ਔਰ ਉਹਨਾਂ ਦੇ ਕਨਸੈਪਟਸ ਨੂੰ ਹੋਰ ਬ੍ਰੌਡਲੀ ਡਿਸਕਸ ਕੀਤਾ ਜਾਏਗਾ। ਮੈਂ ਹਾਂ ਸਰਬਜੀਤ ਤੂਰ ਫਰਮ ਦ ਕੁਐਸਟ ਫॉर ਮੈਥਸ। ऐसे एक प्लेटफॉर्म ਦੇ ਉੱਪਰ ਤੁਸੀਂ ਮੈਥਸ ਦੀ ਐਕਸਪਰਟਿਜ਼ ਨੌਲੇਜ ਲੈ ਸਕਦੇ ਹੋ ਫਰਮ ਸਕੂਲ ਟੂ ਕਾਲਜ ਐਂਡ ਕੰਪੀਟੀਸ਼ਨਸ। क्वेश्चन नंबर 1 ਤੋਂ ਸ਼ੁਰੂ ਕਰਦੇ ਹਾਂ ਬੇਟਾ। ਹੇਠ ਲਿਖਿਆਂ ਵਿੱਚੋਂ ਕਿਹੜੀ ਸੰਖਿਆ ਇੱਕ अपरिमेय संख्या नहीं है, यानी कि वो कह रहा है परिमेय संख्या है। दैट मींस वो पूछ रहा है रैशनल नंबर। ਹੁਣ ਰੈਸ਼ਨਲ ਨੰਬਰ ਨੂੰ ਆਪਾਂ p/q ਫਾਰਮ ਚ ਲਿਖਦੇ ਹਾਂ ਜਿੱਥੇ q ਜਿਹੜਾ ਹੈ ਉਹ 0 ਨਾ ਹੋਵੇ ਤਾਂ ਇਸ ਹਿਸਾਬ ਨਾਲ 22/7 ਇੱਕ ਪਰਿਮੇय ਸੰਖਿਆ ਬਣ ਜਾਂਦੀ ਹੈ। √5 अपरिमेय है, एक प्राइम नंबर ਦਾ ਕਿਉਂਕਿ ਉਹ ਅੰਡਰ रूट ਹੈ। ਪਾਈ ਤੁਹਾਨੂੰ ਪਤਾ ਹੀ अपरिमेय संख्या है। 3.01 फिर 001 001 नॉन टर्मिनेटिंग नॉन रिपीटिंग डेसिमल है, इसलिए ਇਹ ਵੀ ਇੱਕ अपरिमेय संख्या है। ਹੁਣ ਤੁਹਾਡੇ ਮਨ ਦੇ ਵਿੱਚ ਇਹ ਕੁਐਸਚਨ ਆਣਾ ਚਾਹੀਦਾ ਹੈ ਕਿ ਪਾਈ अपरिमेय है, ਇਹਦਾ ਮੁੱਲ ਆਪਾਂ 22/7 ਯੂਜ਼ ਕਰ ਲੈਂਦੇ ਹਾਂ, ਇਹ परिमेय ਹੋ ਗਿਆ ਤਾਂ ਹਾਊ ਇਜ਼ ਇਟ ਪੋਸੀਬਲ। ਤਾਂ ਬੇਟਾ ਪਾਈ ਦਾ ਐਗਜ਼ੈਕਟ ਮੁੱਲ 22/7 ਨਹੀਂ ਹੁੰਦਾ ਹੈਗਾ, ਉਹ ਆਪਾਂ ਜਸਟ ਇਕੁਅਲ ਟੂ ਲੈ ਲੈਂਦੇ ਹਾਂ। ਇਟ ਇਜ਼ ਨਾਟ ਐਗਜ਼ੈਕਟਲੀ ਇਕੁਅਲ ਟੂ, ਨੀਅਰਲੀ ਇਕੁਅਲ ਟੂ ਲੈ ਲੈਂਦੇ ਹਾਂ। 3.14 ਤੋਂ ਅੱਗੇ ਵੀ ਇਹਦਾ ਜਿਹੜਾ ਡੈਸੀਮਲ ਉਹ ਕਦੇ ਖਤਮ ਨਹੀਂ ਹੁੰਦਾ ਜਿਹੜਾ ਐਗਜ਼ੈਕਟ ਮੁੱਲ ਹੈ। ਬਟ ਕੁਐਸਚਨ ਨੂੰ ਸੋਲਵ ਕਰਨ ਲਈ ਆਪਾਂ ਕੋਈ ਮੁੱਲ ਤਾਂ ਪਾਣਾ ਹੈ, ਸੋ ਆਪਾਂ ਨੂੰ ਦੋ ਡੈਸੀਮਲ ਪਲੇसेस ਤੱਕ यानी कि सिर्फ 3.14 ਆਪਾਂ ਮੁੱਲ ਉਹਦਾ ਯੂਜ਼ ਕਰ ਲੈਂਦੇ ਆ। ਅਸਲ ਮੁੱਲ ਤਾਂ ਉਹਦਾ ਕਦੇ ਖਤਮ ਹੁੰਦਾ ਹੀ ਨਹੀਂ ਹੈ। ਤਾਂ ਐਗਜ਼ੈਕਟਲੀ ਅਗਰ ਦੇਖੀਏ ਤਾਂ ਪਾਈ ਦਾ ਜਿਹੜਾ ਮੁੱਲ ਹੈ 22/7 ਐਗਜ਼ੈਕਟਲੀ ਇਕੁਅਲ ਨਹੀਂ ਹੈ। ਕਿਹੜਾ ਕਥਨ ਸਹੀ ਹੈ? which one of this is right? 0 ਇੱਕ ਪ੍ਰਾਕ੍ਰਿਤਿਕ ਸੰਖਿਆ ਹੈ? ਨਹੀਂ। ਗਿਣਤੀ ਕਿੱਥੋਂ ਸ਼ੁਰੂ ਹੁੰਦੀ ਹੈ? 1 ਤੋਂ, तो 1 ਤੋਂ ਹੀ ਨੈਚੁਰਲ ਨੰਬਰ ਸ਼ੁਰੂ ਹੁੰਦਾ ਹੈ। ਸਿਫਰ ਇੱਕ अपरिमेय संख्या है? नहीं। सिफर एक परिमेय संख्या है? यस, क्योंकि 0 ਨੂੰ ਆਪਾਂ 0/1 p/q ਫਾਰਮ ਦੇ ਵਿੱਚ ਲਿਖ ਸਕਦੇ ਹਾਂ। ਸਿਫਰ ਇੱਕ ਅਭਾਜ ਸੰਖਿਆ ਹੈ? ਨਹੀਂ। अपरिमेय संख्या ਦਾ ਦਸ਼ਮਲਵ ਵਿਸਤਾਰ ਕੀ ਹੁੰਦਾ ਹੈ? ਮੈਂ ਤੁਹਾਨੂੰ ਹੁਣੇ ਦੱਸਿਆ, ਨਾ ਤਾਂ ਖਤਮ ਹੁੰਦਾ ਨਾ ਹੀ ਰਿਪੀਟ ਹੁੰਦਾ, ਅਸ਼ਾਂਤ ਅਤੇ ਅਣਆਵਰਤੀ, ਨਾਨ ਰਿਪੀਟਿੰਗ ਨਾਨ ਟਰਮੀਨੇਟਿੰਗ। क्वेश्चन नंबर 5, √5 किस तरीके की संख्या ਤੁਹਾਨੂੰ ਹੁਣ ਪਤਾ ਹੀ ਲੱਗ ਗਿਆ ਹੋਣਾ, ਉਹ ਇੱਕ अपरिमेय इरेशनल संख्या। ਕਿਹੜਾ ਕਥਨ ਸਹੀ ਹੈ? ਰਾਈਟ ਕਿਹੜਾ ਵਿੱਚੋਂ? ਹਰੇਕ ਵਾਸਤਵਿਕ ਸੰਖਿਆ ਪ੍ਰਾਕ੍ਰਿਤਿਕ ਸੰਖਿਆ ਹੁੰਦੀ ਹੈ। एवरी रियल नंबर इज नेचुरल नंबर। रॉन्ग, पहला तो यही गलत हो गया। अगर मैं 1.12 लिख दूंगा वो एक रियल नंबर है पर वो नेचुरल नंबर नहीं है। नेचुरल नंबर की वजह सिर्फ 1 2 3 एंड सो ऑन। पूर्ण संख्या यानी कि होल नंबर्स वास्तविक ਹੁੰਦੇ ਨੇ, ਰੀਅਲ ਹੁੰਦੇ ਨੇ, ਬਿਲਕੁਲ ਹੋਲ ਨੰਬਰਸ ਰੀਅਲ ਨੰਬਰਸ ਹੁੰਦੇ ਨੇ। परिमेय संख्या संपूर्ण संख्या ਹੁੰਦੀ ਹੈ। ਜਿਹੜਾ p/q ਹੈ ਉਹ ਇੱਕ ਇੰਟੀਜਰ ਹੁੰਦਾ ਹੈ? ਨਹੀਂ, ਹਰੇਕ ਨਹੀਂ ਹੁੰਦਾ ਹੈਗਾ। -4/5 ਇੰਟੀਜਰ ਨਹੀਂ ਹੈ, ਤਾਂ ਇਹ ਕਥਨ ਵੀ ਗਲਤ ਹੈ। ਹਰੇਕ ਸੰਪੂਰਨ ਸੰਖਿਆ ਪ੍ਰਾਕ੍ਰਿਤਿਕ ਸੰਖਿਆ ਹੁੰਦੀ ਹੈ। संपूर्ण संख्यावां इंटीजर्स -4 एक प्राकृतिक संख्या नहीं है। ਇਹਦਾ ਮਤਲਬ ਸਿਰਫ ਆਪਣੇ ਕੋਲ C ਆਪਸ਼ਨ ਰਾਈਟ ਹੋਗੀ। परिमेय संख्या 0 ਤੋਂ ਇਲਾਵਾ ਅਤੇ अपरिमेय संख्या ਦਾ ਗੁਣਨਫਲ ਯਾਨੀ ਕਿ √5 ਨੂੰ ਅਗਰ ਤੁਸੀਂ ਕਿਸੇ ਵੀ ਹੋਰ ਸੰਖਿਆ ਨਾਲ ਗੁਣਾ ਕਰ ਲਓਗੇ ਤਾਂ ਉਹਦਾ ਆਨਸਰ ਕੀ ਆਊਗਾ? अपरिमेय संख्या। ਸ਼ਰਤ ਹੈ ਕਿ ਇਹ 0 ਨਾ ਹੋਵੇ। ਹੇਠਾਂ ਵਿੱਚੋਂ ਕਿਹੜੀ ਸੰਖਿਆ 2 ਅਤੇ 2.5 ਦੇ ਵਿਚਕਾਰ ਸਥਿਤ ਹੈ? ਦੇਖੋ ਬੇਟਾ, 2 ਅਤੇ 2.5 ਆ 3 ਨਾਲ ਗੁਣਾ ਹੋ ਰਹੀ ਹੈ, ਇਹ ਅਸਲ ਦੇ ਵਿੱਚ 3 ਗੁਣਾ 3 9 ਹੈ, ਇਹ ਨਹੀਂ ਹੈਗੀ। 3 ਨਾਲ ਗੁਣਾ ਹੋ ਰਹੀ ਹੈ, 3 ਤੋਂ ਵੱਡੀ ਇਹ ਨਹੀਂ ਹੋ ਸਕਦੀ। √11 ਤੁਸੀਂ ਕਹੋ √11 ਦਾ ਐਗਜ਼ੈਕਟ ਮੁੱਲ ਨਹੀਂ ਪਤਾ, ਲੇਕਿਨ √11 √9 ਯਾਨੀ ਕਿ 3 ਨਾਲੋਂ ਤਾਂ ਵੱਡਾ ਹੀ ਹੈ, ਇਹਦਾ ਮਤਲਬ ਇਹ ਵੀ ਨਹੀਂ ਹੋ ਸਕਦਾ ਹੈਗਾ। ਸੋ √5 ਇਜ਼ ਦਾ ਆਨਸਰ। क्वेश्चन नंबर 8 ਵੱਲ ਚੱਲਦੇ ਹਾਂ। ਜੇਕਰ p ਇੱਕ ਅਭਾਜ ਸੰਖਿਆ ਹੈ, बार-बार ਇੱਕੋ ਚੀਜ਼ ਬੇਟਾ ਅਲੱਗ-ਅਲੱਗ ਤਰੀਕੇ ਨਾਲ ਪੁੱਛੀ ਜਾ ਰਹੀ ਹੈ। For a prime number
रूट p इज ऑलवेज इरैशनल अपरिमेय। हेठा लिखे बच्चों केड़ा x क्यूब दे बराबर है, x क्यूब दे बराबर केड़ा बेटा, इनू तां तुसीं सॉल्व नहीं कर सकदे ना। इत्थे बेस सेम ने तां पावर्स की होणगे ऐड ax पावर 9 है, इत्थे बेस सेम है डिवीजन है तां पावर्स होणगे माइनस तां x पावर 3 है, आ x पावर 6 3 18 है, सी ऑप्शन। हेठ लिखा बच्चों केड़ी संख्या एक परिमेय संख्या है, p अपॉन q दे विच केड़ी लिखी जा सकदी है, ये डिफाइंड ही नहीं है कि 0 नीचे आ रहा है, रूट 3 बटे एक अपरिमेय है क्योंकि रूट 3 है, आ भी एक अपरिमेय है, सो आ भी ठीक है 0 बटे 4। 11 की पावर 1/2 बटे 11 की पावर 1/4 ਤੁਹਾਡੇ बेटा ये पेपर फर्स्ट चैप्टर ਦੇ ਵਿੱਚ 1.5 ਦੇ ਵਿੱਚ क्वेश्चन ਹੈਗਾ ਕਿ ਜਿਹਦੇ ਵਿੱਚ ਆਉਂਦਾ ਹੈ सेम बेस पावर्स की होणगीਆਂ माइनस 1/2 ਵਿੱਚੋਂ 1/4 ਜਾਣਗੇ ਤਾਂ बेटा 1/4 ਹੀ ਆਉਂਦਾ ਹੈ, बी ऑप्शन इज द राइट ऑप्शन। अगर किसी बच्चे को इन्हें सॉल्व करना नहीं आता हैगा तो मैं तुम्हें तो बहुत ही सौखा तरीका दस दिंदी हां सॉल्व करन दा। अपने कोल आ सी 1/2 माइनस 1/4 आ हो गया 2/3 माइनस 4 होवे या 6/8 6/7 माइनस 1 होवे, तो बच्चे बड़े कंफ्यूज जाते भी इन्हें किवें सॉल्व करना है। पहली गल जिथे डिनोमिनेटर नहीं है उत्थे 1 लगा लो, एवें लगा लो, ठीक है। ਹੁਣ ਇਹਨਾਂ ਨੂੰ ਸੋਲਵ ਕਰਨ ਦਾ ਤਰੀਕਾ ਇੱਕੋ ਹੀ ਹੈ ਜਿਹਨੂੰ ਆਪਾਂ ਬਟਰਫਲਾਈ ਮੈਥਡ ਕਰ ਲੈਂਦੇ ਹਾਂ, ਈਜ਼ੀਐਸਟ ਮੈਥਡ ਹੈ। ਇਸ ਤਰੀਕੇ ਨਾਲ ਹੀ ਤੁਸੀਂ ਗੁਣਾ ਕਰਨਾ, 4 ਨੂੰ 1 ਨਾਲ ਗੁਣਾ ਕੀਤੀ ਕਿੰਨਾ ਆ ਗਿਆ 4, 2 ਨੂੰ 1 ਨਾਲ ਗੁਣਾ ਕੀਤੀ ਕਿੰਨਾ ਆ ਗਿਆ 2, ਵਿੱਚ ਮਾਈਨਸ ਹੈ ਮਾਈਨਸ ਹੀ ਲਗਾ ਲਓ ਤਾਂ ਕਿੰਨਾ ਆ ਗਿਆ 4 2 2 ਆ ਗਿਆ और 4 2 ਦਾ ਨੀਚੇ ਆ ਗਿਆ 8 2/8 ਇਹਨੂੰ ਗਾਹਾਂ ਅੱਗੇ ਛੋਟਾ ਕਰ ਸਕਦੇ ਹੋ ਕਿੰਨਾ ਆ ਗਿਆ 1/4, ਠੀਕ ਹੈ। ਇਹਨੂੰ ਜੇ ਆਪਾਂ ਸੋਲਵ ਕਰੀਏ सेम होवे गुणा करो, नीचे दी गुणा नीचे कर दो, 2 ਨੂੰ 1 ਨਾਲ ਗੁਣਾ ਕੀਤੀ 2, 3 ਨੂੰ 4 ਨੂੰ ਗੁਣਾ ਕੀਤੀ ਕਿੰਨਾ ਆ ਗਿਆ 12, 2 12 नीचे 3 ने कम 3 2 12 -10/3। ਇਹਨੂੰ ਸੋਲਵ ਕਰੋ ਇਸੇ ਤਰੀਕੇ ਨਾਲ 1 6 ਦਾ ਇੱਥੇ 6 ਆ ਗਿਆ, ਇੱਥੇ ਕਿੰਨਾ ਆ ਗਿਆ 7 ਆ ਗਿਆ, ਮਾਈਨਸ ਕੀਤਾ 6 7 ਬਟੇ 7 ਮਤਲਬ 7 -1/7, ਠੀਕ ਹੈ। ਇਹ ਕੈਲਕੂਲੇਸ਼ਨ ਤੁਹਾਨੂੰ हर क्वेश्चन ਦੇ ਵਿੱਚ ਲੋਡ ਪੈ ਹੀ ਨਾ ਜਾਂਦੀ ਕਿਤੇ ਨਾ ਕਿਤੇ, ਠੀਕ ਹੈ। ਸੋ ਇਹਨੂੰ ਮੈਥਡ ਨੂੰ ਯਾਦ ਕਰ ਲਓ, ਕਿਸੇ ਵੀ ਦੋ ਨੰਬਰ ਦਾ ਜਦ ਤੁਸੀਂ ਦੋ ਪਿੰਨਾਂ ਨੂੰ ਜਦ ਤੁਸੀਂ ਸੋਲਵ ਕਰਨਾ ਚਾਹੇ ਪਲੱਸ ਕਰਨਾ ਚਾਹੇ ਮਾਈਨਸ ਕਰਨਾ, ਇਸ ਮੈਥਡ ਨਾਲ ਸੋਲਵ ਕਰ ਸਕਦੇ ਹੋ। ਜੇਕਰ p ਬਰਾਬਰ √11 √7 ਹੈ ਤਾਂ 1/p ਕੀ ਹੋਵੇਗਾ ਬੇਟਾ, ਇਹ ਵੀ ਤੁਹਾਡੇ ਐਕਸਰਸਾਈਜ਼ ਦੇ ਕੁਐਸਚਨਸ ਹੀ ਨੇ, ਪਰ ਮੈਂ ਹੀ ਕਰਨ ਰੈਸ਼ਨਲਾਈਜੇਸ਼ਨ ਕਰਨਾ ਹੈ ਆਪਾਂ, ਇਹਦਾ ਇੱਕੋ ਹੀ ਮੈਥਡ ਹੁੰਦਾ ਹੈ। ਹੁਣ ਇਹਨੂੰ ਆਪਾਂ 1/p ਨੂੰ ਇੱਥੇ √11 √7 ਲਿਖਿਆ ਤਾਂ ਜੋ ਵੀ ਸਾਈਨ ਵਿੱਚ ਦੇ ਰੱਖਿਆ ਉਹਦੇ ਉਲਟ ਸਾਈਨ ਨਾਲ ਆਪਾਂ ਮਲਟੀਪਲਾਈ ਕਰਕੇ ਤਾਂ ਸੌਰੀ ਪਲੱਸ ਪਾਵਾਂਗੇ, ਇੱਥੇ ਪਲੱਸ ਆ ਗਿਆ, ਠੀਕ ਹੈ। ਹੁਣ ਇੱਥੇ ਤਾਂ √11 √7 ਆ ਗਿਆ, ਨੀਚੇ a² - b² ਦਾ ਫਾਰਮੂਲਾ ਲੱਗ ਗਿਆ, ਇਹਦਾ ਵੀ ਸਕੁਆਇਰ ਔਰ ਇਹਦਾ ਵੀ ਸਕੁਆਇਰ, ਤਾਂ 11 - 7 रूट ਦਾ ਸਕੁਆਇਰ ਕਰਾਂਗੇ ਤਾਂ रूट ਖਤਮ ਹੋ ਜਾਏਗਾ, ਤਾਂ √11 √7 बटे 11 - 7 4 आ गया, सो बी ऑप्शन इज द राइट ऑप्शन। x 3 है y -2 है तो x - y दी पावर x - y दा मूल की होगा। इस क्वेश्चन को बेटा आपा सॉल्व करना है, वैल्यू पुट करो 3 - 2 दी पावर कितनी है 3 - 2 तो ਇੱਥੇ भी माइनस आऊगा और ਇੱਥੇ भी क्या होगा माइनस, तो ਇਹਦਾ मतलब 3 -2 ਦੀ ਪਾਵਰ ਕਿੰਨੀ ਬਣ ਗਈ 3 -2 ਕੀ ਬਣ ਜਾਏਗਾ +2, ਤਾਂ 3 + 2 ਕਿੰਨਾ ਹੋ ਗਿਆ 5, ਤਾਂ 3 ਹੁਣ -2 ਨੂੰ 5 ਵਾਰੀ ਮਲਟੀਪਲਾਈ ਕਰਾਂਗੇ ਤਾਂ ਕਿੰਨਾ ਆਨਸਰ ਆਊਗਾ -32 ਆਊਗਾ, -32। ਹੁਣ ਇਹ ਮਾਈਨਸ ਕਿਉਂ ਹੈ ਕਿਉਂਕਿ ਮਾਈਨਸ ਦੀ ਜਦੋਂ ਆਪਣੇ ਕੋਲ ਪਾਵਰ ਔਡ ਹੋਵੇ ਤਾਂ ਮਲਟੀਪਲੀਕੇਸ਼ਨ ਦਾ ਆਨਸਰ ਮਾਈਨਸ ਵਿੱਚ ਹੀ ਆਣਾ ਸੀਗਾ, ਸੋ ਇਹ ਦੋ ਵਾਰੀ ਫੇਰ ਮਾਈਨਸ ਆ ਗਿਆ ਤਾਂ 3 + 32 आंसर कितना आ जाएगा अपने को 35, तो डी ऑप्शन इज द राइट ऑप्शन। x 1/2 तो x² + 1/x² का मूल पता करो, तो मूल पता करना है तो एदा भी स्क्वायर और 1/1/2 होल स्क्वायर का स्क्वायर, तो कितना आ गया 1/4 आ गया प्लस 1/1/4 आ गया, तो 1/4 प्लस ए 4 ऊपर चले जाएगा रेसिप्रोकल हो जाएगा 4। ਹੁਣ ਉਹੀ ਮੈਥਡ ਯੂਜ਼ ਹੋਏਗਾ ਨਾ ਇੱਥੇ ਬਟਰਫਲਾਈ ਮੈਥਡ,
ਇੱਥੇ ਕੀ ਲਾਣਾ ਆਪਾਂ 1 ਲਾ ਲਓ, ਇਸ ਤਰੀਕੇ ਨਾਲ ਗੁਣਾ ਕਰ ਲਓ, ਇੱਧਰ ਗੁਣਾ ਕਰ ਲਓ। 1 ਨੂੰ 1 ਨਾਲ ਕੀਤਾ 1 ਆ ਗਿਆ, 4 4 ਦਾ 16 ਆ ਗਿਆ, नीचे गया 4 1 ਦਾ 4 ਤਾਂ 17 by 4 इज द आंसर। आंसर ਕੀ ਆ ਗਿਆ ਇੱਥੇ डी ऑप्शन। 0.2 ਬਾਰ ਐਂਡ 0.5 ਬਾਰ ਦਾ ਐਡੀਸ਼ਨ ਕੀ ਹੋਵੇ। ਦੇਖੋ ਬੇਟਾ ਜਿਹੜਾ 2 ਬਾਰ ਹੈ ਤੁਹਾਡੇ ਇਹ ਬੁੱਕ ਦੇ ਵਿੱਚ ਕੁਐਸਚਨ ਵੀ ਹੈਗਾ 0.6 ਬਾਰ ਨੂੰ ਸੋਲਵ ਕਰਨਾ ਹੈ, ਤਾਂ ਸਿੰਪਲੀ ਜਿਹੜਾ ਤੁਸੀਂ ਹੈ ਉਹ ਬਾਰ ਨੂੰ ਹਟਾ ਦਿਓ ਤਾਂ ਇਹ ਕਿਹਦੇ ਬਰਾਬਰ ਹੁੰਦਾ 2/9 ਦੇ, ਔਰ 5 ਦਾ ਬਾਰ ਹਟਾ ਦਿਓ ਤਾਂ ਕਿਹਦੇ ਬਰਾਬਰ ਹੋ ਗਿਆ 5/9 ਦੇ, ਦੋਨੋਂ ਨੂੰ ਐਡ ਕਰਾਂਗੇ ਤਾਂ ਕੀ ਆਏਗਾ 7/9 ਜਾਂ 0.7 ਬਾਰ ਵੀ ਲਿਖ ਸਕਦੇ ਸੀ। ਦੋ ਆਕ੍ਰਿਤੀਆਂ ਸਮਰੂਪ ਕਦੋਂ ਹੁੰਦੀਆਂ ਹਨ। ਮੈਂ ਤੁਹਾਨੂੰ ਇੱਕ ਕਨਸੈਪਟ ਪਹਿਲਾਂ ਵੀ ਕਲੀਅਰ ਕਰਵਾਇਆ ਸੀਗਾ। ਸਮਰੂਪਤਾ ਦਾ ਮਤਲਬ ਹੁੰਦਾ ਹੈ ਕਿ ਉਹਨਾਂ ਦਾ ਰੂਪ ਇੱਕੋ ਜਿਹਾ ਹੈ, ਯਾਨੀ ਕਿ ਸ਼ੇਪ ਇੱਕੋ ਜਿਹੀ ਹੈ। ਸਾइज और शेप दोनों सेम हो जान, यानी कि ਉਹਨਾਂ ਦਾ ਰੂਪ और ਉਹਨਾਂ ਦਾ ਮਾਪ, ਫਿਰ ਉਹ ਸਰਬੰਗ ਸਮ ਹੋ ਜਾਂਦੇ ਨੇ, ਕੌਂਗਰੂਐਂਟ ਹੋ ਜਾਂਦੇ ਨੇ। ਇੱਥੇ ਉਹਨਾਂ ਦਾ ਰੂਪ ਇੱਕੋ ਜਿਹਾ, ਜਿਵੇਂ ਕਿ ਦੋ ਸਰਕਲਸ, ਜਿਵੇਂ ਕਿ ਦੋ ਰੈਕਟੈਂਗਲਸ, ਜਿਵੇਂ ਕਿ ਦੋ ਸਕੁਅਰਸ, ਤਾਂ ਉਹਨਾਂ ਸਭ ਦੀ ਕੀ ਹੈ ਸ਼ੇਪ ਸੇਮ ਹੈ, ਰੂਪ ਸੇਮ ਹੈ। ਸਾਰੀਆਂ ਸਮਭੁਜੀ ਤਿਕੋਣਾ, ਹੁਣ ਸਮਭੁਜੀ ਤਿਕੋਣਾ ਮਤਲਬ ਆਲ ਇਕੁਇਲੇਟਰਲ ਟ੍ਰਾਇੰਗਲਸ। ਇਕੁਇਲੇਟਰਲ ਟ੍ਰਾਇੰਗਲਸ ਬੇਟਾ ਕੀ ਹੁੰਦੀਆਂ ਨੇ ਜਿਨ੍ਹਾਂ ਦੇ ਸਾਈਡਸ ਸੇਮ ਹੋ ਜਾਣ, ਠੀਕ ਹੈ। सिक्स 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 8 8 8 ਇਹ ਨੇ ਤਾਂ एस 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 ਸਮਰੂਪਤਾ ਦੇ ਨਾਲ ਕੀ ਹੋ ਜਾਣਗੀਆਂ, ਇਹ ਸਮਰੂਪ ਹੋ ਜਾਣਗੀਆਂ, ਇਸ ਰੂਲ ਦੇ ਨਾਲ ਸਮਰੂਪ ਹੋ ਜਾਣਗੀਆਂ, ਇਹ ਸਮਰੂਪ ਹੁੰਦੀਆਂ ਨੇ, ਸਰਬੰਗ ਸਮ ਨਹੀਂ ਹੁੰਦੀਆਂ ਨੇ। ਸਰਬੰਗ ਸਮ ਤਾਂ ਤੁਸੀਂ ਦੇਖ ਹੀ ਰਹੇ ਹੋ ਕਿ 6 6 6 ਆ ਜਾਏਗਾ, 8 8 8 ਆ ਜਾਏਗਾ, ਤਾਂ ਇੱਕ ट्रायंगल बड़ी एक ट्रायंगल छोटी है तो सर्वंग समता हो ही ना। लेकिन इक्विलेटरल है 60 60 60, एंगल्स भी सेम हो गए ना दे, ताकि एंगल एंगल प्रॉपर्टी भी लग जाएगी, ताकि सिमिलर हो जाएंगे, सर्वंग सम नहीं होंगे। ट्रायंगल एबीसी समरूप है पीक्यूआर दे। अगर समरूपता हैगी है बेटा ਤਾਂ ਐਂਗਲਸ ਜਿਹੜੇ ਹੈ ਬਰਾਬਰ ਹੋ ਜਾਂਦੇ ਨੇ, ਔਰ ਸਾਈਡਸ ਜਿਹੜੀਆਂ ਉਹਨਾਂ ਦੀ ਰੇਸ਼ੋ ਬਰਾਬਰ ਹੁੰਦੀ ਹੈ, ਨਾ ਕਿ ਸਾਈਡਸ ਬਰਾਬਰ ਹੁੰਦੀਆਂ ਨੇ। ਇਹ ਗੱਲ ਧਿਆਨ ਰੱਖਣੀ ਹੈ। ਜਦੋਂ ਕੌਂਗਰੂਐਂਸੀ ਹੋਵੇ ਤਾਂ ਐਂਗਲ ਵੀ ਸੇਮ ਔਰ ਸਾਈਡਸ ਵੀ ਸੇਮ। ਹੁਣ ਦੇਖੋ ਜੇ ਆਪਾਂ ਸਾਈਡ ਦੀ ਗੱਲ ਕਰੀਏ ਤਾਂ AB upon PQ, ਇਹ BC upon QR and AC upon PR, इसी ऑर्डर ਦੇ ਵਿੱਚ ਇਹ ਬਰਾਬਰ ਹੋਣਗੀਆਂ और एंगल्स बराबर होंगे, तो A P दे बराबर, B Q दे और C R दे बराबर। आप दे ही रखे तो पहला ऑप्शन सही होवेगा, ठीक है। अच्छा होर भी चेक करिए, ए बराबर वाला तो होना नहीं, ठीक है। AB अपॉन BC तो PQ बटे QR दे बराबर, आप भी ठीक है। AB BC नु थल्ले ले, PQ नु ऊपर ले, आ ऑप्शन भी ठीक बन रही है आपका। AB QR दे गुणा कर लिए और BC PQ दे, आ ऑप्शन भी ठीक बन रही है। मेरे ख्याल इधर सिर्फ एक ऑप्शन गलत है, जेडी कि बी ऑप्शन। ਤਾਂ क्वेश्चन ਐਵੇਂ ਵਰਸਦੇ ਵੀ ਕਿਹੜਾ ਗਲਤ ਹੈ। क्वेश्चन नंबर 19, ਜੇਕਰ ABC और DEF ਕੌਂਗਰੂਐਂਟ ਹੋ ਜਾਣ, ਯਾਨੀ ਕਿ ਹੁਣ ਕੌਂਗਰੂਐਂਸੀ ਵਿੱਚ ਕੀ ਹੈ ਬੇਟਾ, ਸਾਈਡਾਂ ਵੀ ਸੇਮ ਹੋਣਗੀਆਂ ਔਰ ਐਂਗਲਸ ਵੀ ਬਰਾਬਰ ਹੋਣਗੇ, और AB और DE ਦੀ ਰੇਸ਼ੋ 1 ਦੇ ਬਰਾबर ਹੈ। ਆ ਦੇਖੋ ਆ ਆਪਣੀਆਂ ਆ ਗਈਆਂ ਕੌਂਗਰੂਐਂਟ ਟ੍ਰਾਇੰਗਲਸ, ਬਿਲਕੁਲ ਸੇਮ ਸੇਮ ਬਣੀਆਂ ਦੀਆਂ ਨੇ। A B C D E F, ये A B और D E दी रेशो कह रहा है अनुपात 1:1 है, तो क्षेत्रफलों का अनुपात भी 1:1 होगा। तो ये थ्योरम पढ़ी हुई है भी क्षेत्रफल जड़े हैं वो अगर वो कॉन्ग्रुएंट है क्या ने और साइडां दी रेशो 1:1 आ गई है और होनी भी है, क्योंकि साइडां ही सेम ने, बराबर बराबर ही होणगियां, ਤਾਂ ਖੇਤਰਫਲ ਵੀ ਤਾਂ ਉਹਨਾਂ ਦਾ ਕੀ ਹੋਏਗਾ, ਬਰਾਬਰ ਹੀ ਹੋਏਗਾ। ਸਮਰੂਪ ਤਿਕੋਣਾਂ ਦੇ ਕੋਣ, ਹੁਣ ਆਪਾਂ ਕੀਤਾ ਜੇ ਸਿਮਿਲਰ ਹੈਗੇ ਨੇ ਤਾਂ ਕੋਣ ਕੀ ਹੋ ਜਾਣਗੇ, ਬਰਾਬਰ ਹੋਣਗੇ। ਜੇ ਕਿਸੇ ਤਿਕੋਣ ਦੀਆਂ ਭੁਜਾਵਾਂ 3 4 5 ਹਨ ਤਾਂ ਦੂਜੀ ਤਿਕੋਣ ਦੀਆਂ ਭੁਜਾਵਾਂ 6 8 10 ਹਨ, ਤਾਂ ਤਿਕੋਣਾਂ ਬਾਰੇ ਕੀ ਕਹਿ ਸਕਦੇ ਹਾਂ। ਇਫ ਦ ਸਾਈਡਸ ਆਫ ਟੂ ਟ੍ਰਾਇੰਗਲਸ ਆਰ 3 4 5 6 8 10, then what can you say about the triangles। देखो ध्यान नाल 3/6 कर लो, 8 4/8
ਤਾਂ ਇਹ ਕਿੰਨਾ ਆ ਗਿਆ 1/2 1/2 1/2 यानी कि ਕੀ ਹੋ ਰਿਹਾ ਹੈ ਸਾਈਡਸ ਦੀ ਰੇਸ਼ੋ ਸੇਮ ਆ ਰਹੀ ਹੈ ਅਨੁਪਾਤ ਸੇਮ ਆ ਰਿਹਾ ਇਹਦਾ ਮਤਲਬ ਕੀ ਹੋਣਗੀਆਂ ਸਮਰੂਪ ਹੋਣਗੀਆਂ एंगल्स बारे अपन को कोई स्टेटमेंट देनी नहीं रखी तो वी कैन नॉट से एनीथिंग अबाउट द कॉन्ग्रुएंसी ऑफ द ट्रायंगल्स 22 सारे चक्कर ਹੁਣੇ ਮੈਂ ਤੁਹਾਨੂੰ ਸਟੇਟਮੈਂਟ ਦੱਸੀ ਸੀ ਬੇਟਾ ਚਾਹੇ ਇੱਥੇ ਸਰਕਲਸ ਆ ਜਾਣ ਚਾਹੇ ਇੱਥੇ ਆਪਣੇ ਸਕੁਅਰਸ ਆ ਜਾਣ ਚਾਹੇ ਇੱਥੇ ਇਕੁਇਲੇਟਰਲ ਟ੍ਰਾਇੰਗਲਸ ਆ ਜਾਣ ਰੈਕਟੈਂਗਲਸ ਆ ਜਾਣ ਤਾਂ ਉਹ ਕੀ ਹੋਣਗੇ ਸਮਰੂਪ ਹੋਣਗੇ क्वेश्चन नंबर 23 जेकर xyz कॉन्ग्रुएंट है UTS ਦੇ ਤਾਂ UT ਕਿਹਦੇ ਬਰਾਬਰ ਹੋਏਗਾ ਆ ਤੁਹਾਨੂੰ ਇੱਥੇ ਨਜ਼ਰ ਆ ਰਿਹਾ ਆ x z 3 ਹੈ xy 5 ਹੈ zy 4 ਹੈ ਆ ਹੈ UT ਹੁਣ ਦੇਖੋ ਬੇਟਾ ਆਪਾਂ ਚੈੱਕ ਕਰਦੇ ਹਾਂ ਕਿ ਅਗਰ ਇਹ ਕੌਂਗਰੂਐਂਟ ਹੈ ਤਾਂ xy ਕਿਹਦੇ ਬਰਾਬਰ ਹੋਗਾ UT ਦੇ ठीक है ਆਪਾਂ ਚੈੱਕ ਕਰੀਏ xy ਕਿੰਨਾ ਦੇ ਰੱਖਿਆ ਹੈ xy ਦੇ ਰੱਖਿਆ ਹੈ 5 सेंटीमीटर ਇਹਦਾ ਮਤਲਬ UT ਕਿੰਨਾ ਹੋ ਜਾਏਗਾ ਮੇਰੇ ਕੋਲ 5 सेंटीमीटर ਕੌਂਗਰੂਐਂਸੀ ਦੇ ਵਿੱਚ ਸਾਈਡਸ ਹੋ ਗਈਆਂ ਸੇਮ ਹੇਠ ਲਿਖਿਆ ਵਿੱਚੋਂ ਕਿਹੜਾ ਸਮਰੂਪਤਾ ਦਾ ਨਿਯਮ ਨਹੀਂ ਹੈ ਆਪਾਂ ਐਵੇਂ ਕਰਦੇ ਆ ਆਪਾਂ ਨਿਯਮ ਲਿਖ ਹੀ ਲੈਂਦੇ ਆ ਤਾਂ ਸਿਮਿਲੈਰਿਟੀ ਦਾ ਨਿਸ਼ਾਨ ਇਹ ਹੁੰਦਾ ਹੈ ਕੌਂਗਰੂਐਂਸੀ ਦਾ ਨਿਸ਼ਾਨ ਇਹ ਵਾਲਾ ਆ ਜਾਂਦਾ ਹੈ ਠੀਕ ਹੈ ट्रायंगल ਦੀ ਸਿਮਿਲੈਰਿਟੀ ਦੇ ਲਈ ਬੇਟਾ ਕਿਹੜੇ ਰੂਲਸ ਹੁੰਦੇ ਨੇ SAS ਸਾਈਡ ਐਂਗਲ ਸਾਈਡ ਭੁਜਾ ਕੋਣ ਭੁਜਾ ਸਾਈਡ 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 ਔਰ ਐਂਗਲ ਐਂਗਲ ਆ ਤਿੰਨ ਰੂਲਸ ਹੁੰਦੇ ਨੇ ਸਿਮਿਲੈਰਿਟੀ ਲਈ ਸਮਰੂਪਤਾ ਦੇ ਲਈ SAS ਆ ਰੂਲ ਦੋਨਾਂ ਵਿੱਚ ਸੇਮ ਹੁੰਦਾ ਹੈ SSS ਆ ਰੂਲ ਵੀ ਦੋਨਾਂ ਵਿੱਚ ਸੇਮ ਹੁੰਦਾ ਹੈ ਸਾਈਡ 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 ਐਂਗਲ ਸਾਈਡ ਤਿੰਨ ਐਕਸਟਰਾ ਰੂਲ ਹੁੰਦੇ ਨੇ ਐਂਗਲ ਸਾਈਡ ਐਂਗਲ ਕੋਣ ਭੁਜਾ ਕੋਣ ਦੋ ਕੋਣਾਂ ਦੇ ਵਿੱਚ ਵਾਲੇ ਜੇ ਭੁਜਾ ਦੋਨੋਂ ਤਿਕੋਣਾਂ ਵਿੱਚ ਬਰਾਬਰ ਹੋ ਜਾਵੇ ਐਂਗਲ ਐਂਗਲ ਸਾਈਡ ਦੋ ਐਂਗਲ ਹੋਣ ਇੱਕ ਸਾਈਡ ਬਰਾਬਰ ਹੋ ਜਾਵੇ ਔਰ ਪੰਜਵਾਂ ਰੂਲ RHS ਜੋ ਕਿ ਸਮਕੋਣੀ ਤਿਕੋਣਾਂ ਲਈ ਯੂਜ਼ ਹੁੰਦਾ ਹੈ 90 ਡਿਗਰੀ ਦਾ ਕੋਣ ਕर्ण ਅਤੇ ਲੰਬ ਅਤੇ ਆਧਾਰ ਵਿੱਚੋਂ ਇੱਕ ਭੁਜਾ ਤਾਂ ਇੱਥੇ ਰੂਲ ਬਣ ਜਾਂਦੇ ਨੇ ਬੇਟਾ 5 ਔਰ ਸਿਮਿਲੈਰਿਟੀ ਦੇ ਰੂਲ ਬਣ ਜਾਂਦੇ ਨੇ ਆਪਣੇ ਕੋਲ 3 ਆ ਦੋ ਰੂਲਸ ਜਿਹੜੇ ਹੈ ਉਹ ਕਾਮਨ ਹੁੰਦੇ ਠੀਕ ਹੈ ਹੁਣ ਇਹਦੇ ਹਿਸਾਬ ਨਾਲ ਆਪਾਂ ਅਗਲੇ ਦੋ ਕੁਐਸਚਨਸ ਅਟੈਂਪਟ ਕਰ ਸਕਦੇ ਹਾਂ ਦੇਖੋ ਕਿਹੜਾ ਸਮਰੂਪਤਾ ਦਾ ਨਿਯਮ ਨਹੀਂ ਹੈ ਠੀਕ ਹੈ SSS ਵੀ ਸੀਗਾ ਐਂਗਲ 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 ਜਾਂ ਐਂਗਲ ਐਂਗਲ ਇੱਕ ਕੋਈ ਨਿਯਮ ਹੁੰਦਾ ਆ ਨਹੀਂ ਹੈ SS ठीक है सो दिस ऑप्शन डी ऑप्शन इस क्वेश्चन के हिसाब से अपना सही है हेठ लेके हो जो केड़ा सरबंग समता दा नियम नहीं है ਇਹਦੇ ਵਿੱਚ ਵੀ ਨਹੀਂ ਵਾਲਾ ਹੀ ਲੱਭਣਾ ट्रिपल S ਸੀਗਾ ਐਂਗਲ ਸਾਈਡ ਐਂਗਲ ਵੀ ਸੀਗਾ SAS ਵੀ ਸੀਗਾ ਆ ਜਿਹੜਾ ਐਂਗਲ 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 ਹੈ ਇਹ ਸਮਰੂਪਤਾ ਦਾ ਨਿਯਮ ਹੈ ਤਾਂ B ਆਪਸ਼ਨ ਇਜ਼ ਦਾ ਰਾਈਟ ਆਪਸ਼ਨ ਟ੍ਰਾਇੰਗਲ ABC ਵਿੱਚ DE ਸਮਾਂਤਰ ਹੈ BC ਦੇ AB ਅਤੇ AC ਦੇ ਉੱਤੇ ਕ੍ਰਮਵਾਰ DE ਅਤੇ ਬਿੰਦੂ ਹਨ ਤਾਂ ਇਹ ਲਿਖਿਆ ਵਿੱਚ ਕਿਹੜਾ ਕਥਨ ਸੱਚ ਹੋਵੇਗਾ ਇਹ ਤਾਂ ਬੇਟਾ ਫੋਟੋ ਕਿੰਨੀ ਵਾਰੀ ਆਏਗੀ ਤੁਹਾਨੂੰ ਜਦੋਂ ਤੁਸੀਂ 10th ਕਲਾਸ ਵਿੱਚ ਹੋਵੋਗੇ ਆ A ਹੈ ਆ B ਹੈ ਆ C ਹੈ ਆ D ਹੈ ਅਤੇ E ਹੈ ਅਗਰ DE ਸਮਾਂਤਰ ਹੈ BC ਦੇ ਤਾਂ ADE ट्रायंगल ਆ ਪੂਰੀ ट्रायंगल ਦੇ ਸਮਰੂਪ ਹੋਵੇਗੀ ਤਾਂ ADE ट्रायंगल ABC ਦੇ ਸਮਰੂਪ ਹੋਵੇਗੀ ਅਗਰ ਬੇਟਾ ਤੁਹਾਨੂੰ ਸਮਝਾਉਣ ਦਾ ਤਰੀਕਾ ਵਧੀਆ ਲੱਗ ਰਿਹਾ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਔਰ ਉਹ ਬੱਚੇ ਨਾਲ ਜ਼ਰੂਰ ਸ਼ੇਅਰ ਕਰੋ ਜਿਹੜੇ ਕਿ ਟਿਊਸ਼ਨਸ ਅਫੋਰਡ ਨਹੀਂ ਕਰ ਸਕਦੇ ਹਨ ਤਾਂ ਕਿ ਉਹ ਵੀ ਮੈਥਸ ਦੇ ਵਿੱਚ ਅੱਛੇ ਹੋ ਸਕਣ ਔਰ ਮੈਥਸ ਨਾਲ ਨੂੰ ਈਜ਼ੀ ਲੱਗੇ ਚਲਦੇ ਹਾਂ ਨੈਕਸਟ ਕੁਐਸਚਨ ਦੇ ਵੱਲ ਕੁਐਸਚਨ ਨੰਬਰ 27 ਹੁਣ ਆਪਾਂ 3D ਫਿਗਰਸ ਤੇ ਆ ਗਏ ਬੇਟਾ ਕਣਾਵ ਅਤੇ ਬੇਲਣ ਯਾਨੀ ਕਿ ਕਿਊਬੋਇਡ ਐਂਡ ਅ ਸਿਲੰਡਰ ਇਹਦੇ ਵਿੱਚ ਕਿਹੜੀ ਗੱਲ ਸਾਂਝੀ ਨਹੀਂ ਹੈ ਕਾਮਨ ਕਿਹੜੀ ਚੀਜ਼ ਨਹੀਂ ਹੈ ਤਾਂ ਇਹਨੂੰ ਛੱਡੋ ਪਹਿਲਾਂ ਆਪਾਂ ਦੇਖੀਏ ਕੀ ਦੇ ਰੱਖਿਆ ਦੋਨੋਂ ਫਿਗਰਸ ਦਾ ਆਇਤਨ ਹੁੰਦਾ ਵੋਲਿਊਮ ਕੱਢ ਸਕਦੇ ਹਾਂ ਬਿਲਕੁਲ ਹੁੰਦਾ ਹੈ ਕਿਉਂਕਿ ਦੋਨੋਂ 3D ਫਿਗਰਸ ਨੇ ਦੋਨਾਂ ਦਾ ਸਤਹ ਦਾ ਖੇਤਰਫਲ ਵੀ ਹੁੰਦਾ ਹੈ ਸਰਫੇਸ ਏਰੀਆ ਹੁੰਦਾ ਹੈ ਉਹ ਵੀ ਹੁੰਦਾ ਹੈ ਦੋਨੋਂ ਹੀ 3D ਫਿਗਰਸ ਹੈਗੀਆਂ ਨੇ ਬਿਲਕੁਲ ਦੋਨਾਂ ਦੇ ਸਿਖਰ ਹੁੰਦੇ ਹਨ ਨਹੀਂ ਸਿਲੰਡਰ ਦਾ ਕੋਈ ਸਿਖਰ ਨਹੀਂ ਹੁੰਦਾ ਠੀਕ ਹੈ ਕੋਈ ਕਾਰਨਰ ਨਹੀਂ ਹੁੰਦਾ ਕੋਈ ਵਰਟੈਕਸ ਨਹੀਂ ਹੁੰਦੀ ਹੈ
1 मीटर क्यूब 1000 लीटर के बराबर होता है। एक आयतकार बक्से यानी कि क्यूबॉइड का कुल सतह का क्षेत्रफल 94 सेंटीमीटर स्क्वायर है, लंबाई 5 है, चौड़ाई 3 है, तो h की कीमत आपा पता करनी है। सिंपल है, अपने को फॉर्मूले नाल क्वेश्चन आ जाएगा, ट्वाइस LB BH प्लस HM, ठीक है, इज इक्वल टू 94। पहले तो 2 ਨਾਲ ਇਹਨੂੰ ਹੀ कैंसिल कर दो, 2 4 जा 8, 2 7 जा 40, 47 ਇੱਥੇ ਆ ਗਿਆ। ਬਾਕੀ ਸਾਰੀ ਵੈਲਿਊਜ਼ ਆਪਾਂ ਪੁੱਟ ਕਰ ਦਈਏ। ਲੈਂਥ ਬ੍ਰੈਡਥ ਆਪਾਂ ਨੂੰ ਦੇ ਰੱਖੀ ਹੈ, ਯਾਨੀ ਕਿ 5 ਮਲਟੀਪਲਾਈਡ ਬਾਈ 3 ਪਲਸ b ਹੈਗਾ 3, ਇਹ h ਆ ਜਾਏਗਾ, ਇਥੋਂ 5h आ जाएगा, हो गया 47 के बराबर। 15 आ गया, इथों 15 पहला माइनस कर दो तो 32 इथों आ गया, ये आ गया 8h, तो 8h इज इक्वल्स टू 32। अगेन कैंसिल कर दो तो h की वैल्यू कितनी आ गई मेरे को 4 सेंटीमीटर। जे एक घन का आयतन क्यूब ਦਾ वॉल्यूम 125 सेंटीमीटर क्यूब है तो उसकी कुल सतह क्षेत्रफल की होगा। एक क्वेश्चन अगर इंडिपेंडेंट भी देखी ना ਆਪਾਂ सब तो पहला ਆਪਾਂ ਇਹਦੀ ਸਾਈਡ फाइंड आउट करनी ਪੈਣੀ ਹੈਗੀ और ਉਹ क्वेश्चन ਜਿਹੜਾ 1 मार्क ਦੇ ਵਿੱਚ ਬਣ ਜਾਂਦਾ ਹੈ ਕਿ ਇੱਕ ਕਿਊਬ ਦਾ ਵੋਲਿਊਮ ਜਿਹੜਾ ਹੈ ਉਹ ਦੇ ਰੱਖਿਆ ਹੋਵੇ ਤਾਂ ਉਹਦੀ ਸਾਈਡ ਕੀ ਹੁੰਦੀ ਹੈ, ਉਸ ਵੋਲਿਊਮ ਦਾ ਕਿਊਬ ਰੂਟ ਹੁੰਦੀ ਹੈ। दैट मींस L क्यूब जो है वो 125 ਦੇ ਬਰਾਬਰ ਹੈ, ਤਾਂ L ਕਿਹਦੇ ਬਰਾਬਰ ਆ ਗਿਆ 125 ਦਾ ਆਪਣੇ ਕੋਲ ਕੱਢ ਲਾਂਗੇ ਘਣ ਮੂਲ ਜਾਂ ਕਿਊਬ ਰੂਟ, ਆਨਸਰ ਕਿੰਨਾ ਆ ਜਾਏਗਾ 5। ਹੁਣ ਤੁਸੀਂ ਪਤਾ ਕਰਨਾ ਚਾਹੁੰਦੇ ਹੋ ਕੁੱਲ ਸਤਹ ਦਾ ਖੇਤਰਫਲ, ਉਹ ਹੁੰਦਾ 6 ਸਾਈਡ ਸਕੁਆਇਰ, ਤਾਂ 6 ਨੂੰ ਸਾਈਡ ਸਕੁਆਇਰ ਯਾਨੀ ਕਿ 5 ਸਕੁਆਇਰ ਨਾਲ ਆਪਾਂ ਕਰਾਂਗੇ ਮਲਟੀਪਲਾਈ, 25 ਮਲਟੀਪਲਾਈਡ ਬਾਈ 6, ਆਨਸਰ ਆ ਜਾਏਗਾ 150। ਇਹ ਆਪਸ਼ਨ ਇਜ਼ ਦਾ ਰਾਈਟ ਆਪਸ਼ਨ। नेक्स्ट क्वेश्चन चलते हैं, क्वेश्चन 31। एक आयताकार टैंक की लंबाई चौड़ाई ऊंचाई 100 80 60 है, उस दे विच कितने लीटर पानी आवेगा। सिंपली तुसी की करना है, नो मल्टीप्लाई करना है बेटे, 100 80 ਤੇ 60 ਨੂੰ 8 6 जा 48, 48 आ गया, नाल 3 ਜ਼ੀਰੋਜ਼ ਲਗਾਣੀਆਂ ਨੇ, ठीक है। पानी ਉਹਦੇ ਵਿੱਚ, अच्छा ਇਹਦੇ आंसर क्या आएगा सेंटीमीटर क्यूब, तो आंसर क्या हो गया 48,000 लीटर्स, क्योंकि 1 सेंटीमीटर क्यूब ਜਿਹੜਾ ਹੈ ਉਹ 1 ਲੀਟਰ ਦੇ ਬਰਾਬਰ ਹੀ ਹੁੰਦਾ ਹੈ। ओके, एक बिना टक्कर वाले बेलनाकार डब्बे की कुल सतह का क्षेत्रफल की होगा। पहली गल तो बेटा बेलनाकार डब्बी किस तरीके की होती है, ऊपर सर्कल फिर नीचे बेलन का आकार हो जाता है और नीचे एक होर सर्कल होता है। ਹੁਣ ਆ ਇਹਦਾ ਅਗਰ ਖੇਤਰਫਲ ਪਤਾ ਕਰੀਏ ਪਾਈ ਆਰ ਸਕੁਆਇਰ, ਆ ਵੀ ਕੀ ਹੈ ਪਾਈ ਆਰ ਸਕੁਆਇਰ, ਆ ਕੀ ਹੁੰਦਾ 2 ਪਾਈ ਆਰ ਐਚ, ਤਾਂ ਟੋਟਲ ਸਰਫੇਸ ਏਰੀਆ ਨੂੰ ਜੋੜ ਕੇ ਬਣਦਾ ਹੈ। ਹੁਣ ਉੱਪਰੋਂ ਖੁੱਲੀ ਹੈ, ਇਹਦਾ ਮਤਲਬ ਆ ਵਾਲਾ ਮਿਸਿੰਗ ਹੈ, ਸੋ 2 ਪਾਈ ਆਰ ਐਚ प्लस ਪਾਈ ਆਰ ਸਕੁਆਇਰ, ਸੀ ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਇੱਕ बेलन ਦੀ ਪਾਸਵੀਂ ਸਤਹ ਦਾ ਖੇਤਰਫਲ 2 ਪਾਈ ਆਰ ਐਚ 132 ਦੇ ਬਰਾਬਰ ਹੈ। ਐਚ ਜਿਹੜਾ ਹੈ ਉਹ 6 सेंटीमीटर है, ਤਾਂ ਉਹਦਾ अर्ध व्यास यानी कि रेडियस फाइंड आउट करना है। सो मेरे को 2 पाई आर एच की वैल्यू दे रखी है किदे बराबर 132 दे बराबर। ओदे विचों कौन मिसिंग है, आर मिसिंग, आर मिसिंग है। 132 डिवाइडेड बाय 2 पाई एच इज इक्वल्स टू 132, इथों कैंसिल कर लो, 2 6 जा 12, 2 6 जा 12, 66 तो ही आ गया, ठीक है, 66 अपॉन 22 बाय 7 और h कितना दे रखा है 6 दे रखा है, इनू कैंसिल कितना कितना आ गया 11, सो 11 गुणा 7 बटे 22, 2 3.5, सी ऑप्शन इज द राइट ऑप्शन। क्वेश्चन नंबर 34। दो वेलना दे आधारां दा अर्ध व्यास बराबर है, ता रेडियस और आर रेडियस दोनों ही किने सेम ने। एक बेलन दी ऊंचाई, एदी ऊंचाई दूसरी दा 3 गुणा है, ता एदा अपना अगर h है ता ए की हो जाएगा इत्थे 3h। सो हुण की कहंदा है आयतना दा अनुपात की होगा, व्हाट विल बी द रेशियो ऑफ देयर वॉल्यूम्स।
वॉल्यूम ਦੇ ਵਿੱਚ ਦੇਖੋ ਬੇਟਾ ਪਾਈ r ਸਕੁਅਰ h ਪਾਈ r ਸਕੁਅਰ ਇੱਥੇ ਆਪਣੇ ਕੋਲ ਆ ਜਾਏ ਕੈਪੀਟਲ F ਦੀ ਥਾਂ ਤੇ ਕੀ ਪਾ ਦਾਂਗੇ ਆਪਾਂ 3h। ਤੇ ਤੁਸੀਂ ਦੇਖ ਰਹੇ ਹੋ 1:3 ਬਣ ਜਾਏਗਾ। ਪਾਈ r ਸਕੁਅਰ h ਕੈਂਸਲ, ਪਾਈ r ਸਕੁਅਰ h ਇਧਰ 1 ਆ ਜਾਣਾ, ਇਧਰ 3 ਆ ਜਾਣਾ। ਤਾਂ ਇਹ ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਅਗਰ ਇਹ ਰੇਡੀਅਸ ਲਈ ਕੁਐਸਚਨ ਹੁੰਦਾ ਤਾਂ ਡਬਲ ਦਾ ਫਰਕ ਪੈਣਾ ਸੀਗਾ ਕਿਉਂਕਿ ਉਹਦਾ ਸਕੁਅਰ ਹੈਗਾ। ਜੇਕਰ ਇੱਕ ਲੰਬ ਚੱਕਰੀ ਵੇਲਣ ਦੇ ਆਧਾਰ ਦੇ ਅਰਧ ਵਿਆਸ ਨੂੰ 50% ਘਟਾ ਦਿੱਤਾ ਜਾਵੇ और उसकी ऊंचाई ਨੂੰ 50% ਵਧਾ ਦਿੱਤਾ ਜਾਵੇ। बहुत ही इंटरेस्टिंग क्वेश्चन है बेटा ये। सो बेटा जो r ਸੀਗਾ ਉਹ ਹੁਣ ਹਾਫ ਹੋ ਚੁੱਕਿਆ r/2 और ऊंचाई ਨੂੰ 50% ਵਧਾ ਦਿੱਤਾ ਹੈ, ਯਾਨੀ ਕਿ h ਦੇ ਵਿੱਚ ਆਪਾਂ h + h/2 ਐਡ ਕਰ ਦਿਆ ਤਾਂ h ਤੋਂ ਕੀ ਹੋ ਚੁੱਕਿਆ 3h/2। ਤਾਂ ਦੋਨੋਂ ਬਾਰ ਦੇ ਵਿੱਚ ਆਪਾਂ ਦੇਖਾਂਗੇ ਕਿ ਪਹਿਲਾਂ ਉਹਦਾ ਵੋਲਿਊਮ ਕਿੰਨਾ ਸੀਗਾ ਤਾਂ ਹੁਣ ਵੋਲਿਊਮ ਕਿੰਨਾ ਔਰ ਕਿੰਨਾ ਫਰਕ ਪਏਗਾ। ਪਹਿਲਾ ਵੋਲਿਊਮ ਬੇਟਾ ਪਾਈ r ਸਕੁਅਰ h ਤੇ ਹੁਣ ਵੋਲਿਊਮ ਕਿੰਨਾ ਪਾਈ r ਸਕੁਅਰ मतलब r/2 ਸਕੁਅਰ ਔਰ h ਕਿੰਨਾ ਹੈ 3h/2। ਤਾਂ ਤੁਸੀਂ ਦੇਖੋ ਪਾਈ और r ਸਕੁਅਰ ਔਰ ਨਾਲ ਲਾ ਲਿਆ h, ਇਹ ਚੀਜ਼ ਆਪਾਂ ਚੱਕ ਲਈ ਨਾ ਇੱਥੋਂ, ਲੇਕਿਨ नीचे ऊपर एक फालतू किया है 3 और नीचे फालतू किया है 2 ਨੂੰ 2 टाइम्स मल्टीप्लाई करेंगे तो 4 और 4 2 ਦਾ ਕਿੰਨਾ ਆ ਗਿਆ 8। ਤਾਂ ਵੋਲਿਊਮ ਦੇ ਵਿੱਚ ਫਰਕ ਪੈ ਗਿਆ ਬੇਟਾ 3/8। ਬੇਟਾ ਇਹ ਚਾਰਾਂ ਵਿੱਚੋਂ ਕੋਈ ਆਪਸ਼ਨ ਦੇ ਹੀ ਨਹੀਂ ਰੱਖੀ ਹੈ, ਤੁਸੀਂ ਕਾਪੀ ਦੇ ਉੱਪਰ ਇਹਦੀ ਸਹੀ ਆਨਸਰ ਲਿਖਣਾ ਹੈ, ਚਾਰੋਂ ਆਪਸ਼ਨ ਗਲਤ ਹੀ ਦੇ ਰੱਖੀਆਂ ਨੇ। ਕੁਐਸਚਨ ਨੰਬਰ 36 8 ਮੀਟਰ ਉਚਾਈ ਅਤੇ 8 ਮੀਟਰ h आधार ਦਾ व्यास 12 मीटर यानी कि डायमीटर इज 12 मीटर्स। ਇੱਕ ਸ਼ੰਕੂ ਦੇ ਆਕਾਰ ਦਾ ਤੰਬੂ ਬਣਾਉਣ ਦੇ ਲਈ 3 ਮੀਟਰ ਚੌੜੇ ਤਰਪਾਲ ਦੀ ਕਿੰਨੀ ਲੰਬਾਈ ਲੱਗੇਗੀ। ਹੁਣ ਐਕਚੁਅਲੀ ਕੀ ਕਹਿ ਰਿਹਾ ਹੈ ਵੀ ਪਹਿਲਾਂ ਤੁਸੀਂ ਸਰਫੇਸ ਏਰੀਆ, ਉਹ ਵੀ ਕਰਵ ਸਰਫੇਸ ਏਰੀਆ ਇੱਕ ਤੰਬੂ ਦਾ ਫਾਈਂਡ ਆਊਟ ਕਰੋ, ਯਾਨੀ ਕਿ ਇੱਕ ਸ਼ੰਕੂ ਦਾ ਫਾਈਂਡ ਆਊਟ ਕਰੋ ਔਰ ਉਹਨੂੰ ਬਰਾਬਰ ਕਰੋ ਲੈਂਥ ਮਲਟੀਪਲਾਈਡ ਬਾਈ ਬ੍ਰੈਡਥ। क्योंकि बेटे जो तुसी किसी भी चीज दे लई बनाउण दे लई कपड़ा खरीदण जांदे हो ਤਾਂ ਇਸ ਫਾਰਮੈਟ ਦੇ ਵਿੱਚ ਰੈਕਟੈਂਗੂਲਰ ਫਾਰਮੈਟ ਦੇ ਵਿੱਚ ਮਿਲਦਾ ਹੈ ਲੰਬਾਈ ਔਰ ਚੌੜਾਈ। ਤੁਹਾਨੂੰ ਉਹ ਸ਼ੇਪ ਨਹੀਂ ਮਿਲੇਗੀ ਜਿਹੜੀ ਸ਼ੇਪ ਤੁਸੀਂ ਬਣਾਉਣ ਲੱਗੇ ਹੋ, ਉਹ ਤੁਹਾਨੂੰ ਖੁਦ ਬਣਾਉਣੀ ਪੈਂਦੀ ਹੈ। ਠੀਕ ਹੈ, ਤਾਂ ਤੁਸੀਂ ਕੋਈ ਤੰਬੂ ਬਣਾਉਣਾ ਹੈ, ਚਾਹੇ ਤੁਸੀਂ ਇੱਕ ਗਿਫਟ ਦੇ ਉੱਪਰ ਰੈਪ ਕਰਨਾ ਹੋ ਕਿਊਬਾਇਡਲ ਸ਼ੇਪ ਦਾ, ਪਰ ਤੁਸੀਂ ਜਦੋਂ ਰੈਪਰ ਖਰੀਦਦੇ ਹੋ that is always a rectangle, same as with the cloth you buy। ਤਾਂ ਆਪਾਂ ਪਹਿਲਾਂ ਇਥੋਂ ਸਰਫੇਸ ਏਰੀਆ ਕਰਵ ਪਤਾ ਕਰਾਂਗੇ और उस तो बाद ਉਹਨੂੰ ਲੈਂਥ ਮਲਟੀਪਲਾਈਡ ਬਾਈ ਬ੍ਰੈਡਥ ਦੇ ਬਰਾਬਰ ਰੱਖਾਂਗੇ। तो क्वेश्चन बेटा अपना किदे ਵਿੱਚ ਕਨਵਰਟ ਹੋ ਗਿਆ ਕਿ ਇੱਕ ਮੈਂ ਸ਼ੰਕੂ ਲਿਆ ਹੈ ਔਰ ਉਹਦਾ ਮੈਂ ਇੱਕ ਟੈਂਟ ਬਣਾਉਣਾ ਹੈ ਸ਼ੰਕੂ ਦੇ ਸ਼ੇਪ ਦਾ। ਉਹਦੇ ਵਿੱਚ ਮੇਰੇ ਕੋਲ ਹਾਈਟ 8 ਸੈਂਟੀਮੀਟਰਸ ਹੈ ਔਰ ਦੀ ਜਿਹੜੀ ਰੇਡੀਅਸ ਹੈ 6 ਸੈਂਟੀਮੀਟਰਸ ਹੈ। ਇਹਦਾ ਕਰਵ ਸਰਫੇਸ ਏਰੀਆ ਟੇਢੀ ਸਤਹ ਦਾ ਖੇਤਰਫਲ ਪਤਾ ਕਰਨ ਦੇ ਲਈ ਫਾਰਮੂਲਾ ਲੱਗੇਗਾ ਪਾਈ ਆਰ ਐਲ, ਔਰ ਐਲ ਮੇਰੇ ਕੋਲ ਮਿਸਿੰਗ ਹੈ। ਸੋ ਆਪਾਂ l ਕੱਢਣ ਲਈ h² + r² ਦਾ ਫਾਰਮੂਲਾ ਯੂਜ਼ ਕਰਦੇ ਹੁੰਦੇ 8² + 6² 64 + 36 √100। ਤਾਂ ਆਨਸਰ ਕਿੰਨਾ ਆ ਗਿਆ ਮੇਰੇ ਕੋਲ 10 ਸੈਂਟੀਮੀਟਰਸ। ਆ ਚੀਜ਼ ਹੋ ਗਈ। ਹੁਣ ਪਾਈ l ਕੱਢਿਆ, ਪਾਈ ਦਾ ਵੈਲਿਊ 3.14 और ये आ गया 8 और मल्टीप्लाइड बाय 6 ਤਾਂ ਆਨਸਰ 188.6 ਸੈਂਟੀਮੀਟਰ ਸਕੁਅਰ ਆ ਗਿਆ। ਤਾਂ ਇਹ ਜਿਹੜਾ ਏਰੀਆ ਹੈ ਇਹ ਕਿਹਦਾ ਏਰੀਆ ਹੋ ਜਾਏਗਾ ਜਿਹੜਾ ਮੈਂ ਕਲੋਥ ਬਾय ਕਰਨਾ, ਜਿਹੜਾ ਕੱਪੜਾ ਅਸੀਂ ਖਰੀਦਣਾ ਹੈ। ਹੁਣ ਉਹਦੀ ਵਿਡਥ ਦੇ ਰੱਖੀ ਹੈ 3 ਸੈਂਟੀਮੀਟਰ, ਆਪਾਂ ਲੈਂਥ ਪਤਾ ਕਰਨੀ ਹੈ ਲੇਕਿਨ ਏਰੀਆ ਸੇਮ ਹੈ। ਠੀਕ, ਤਾਂ 188.4 ਬਰਾਬਰ ਲੈਂਥ ਮਲਟੀਪਲਾਈਡ ਬਾਈ ਬ੍ਰੈਡਥ। ਆ ਬ੍ਰੈਡਥ ਦੀ ਕੀਮਤ ਕਿੰਨੀ ਦੇ ਰੱਖੀ ਹੈ 3 ਨਾ, ਇਹਨੂੰ ਇੱਥੋਂ ਕੱਟ ਕੇ ਇੱਥੇ ਕਰ ਦੋ 3 ਨਾਲ ਡਿਵਾਈਡ, ਤਾਂ 3 6 ਦਾ 18 3 2 ਦਾ 6.8 62.8 ਸੈਂਟੀਮੀਟਰਸ ਕਿੰਨਾ ਆਨਸਰ ਆ ਗਿਆ ਆਪਣੇ ਕੋਲ ਉਹਦੀ ਲੈਂਥ ਦਾ। ਵੈਸੇ ਦੇਖਿਆ ਜਾਵੇ ਤਾਂ ਬੇਟਾ ਇਹ ਐਗਜ਼ੈਕਟਲੀ ਸੇਮ ਨਹੀਂ ਹੁੰਦਾ ਹੈ। ਜਦੋਂ ਵੀ ਆਪਾਂ ਕੱਪੜਾ ਖਰੀਦ ਕੇ ਉਹਦੀ ਕੋਈ ਵੀ ਚੀਜ਼ ਹੋਰ ਬਣਾਉਂਦੇ ਆ ਤਾਂ ਵੇਸਟੇਜ ਜ਼ਰੂਰ ਹੁੰਦੀ ਹੈ, ਪਰ ਇਹ ਜਿਹੇ ਕੁਐਸਚਨਸ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਹਾਂ ਕੋਈ ਵੀ ਵੇਸਟੇਜ ਨਹੀਂ ਹੋਏਗੀ। ਠੀਕ ਹੈ, ਕਿਉਂਕਿ ਆਪਾਂ ਇੱਕ ਅੰਦਾਜ਼ਾ ਤਾਂ ਲੈਣਾ ਹੀ ਹੈ ਨਾ ਵੀ ਆਪਾਂ ਆ ਚੀਜ਼ ਬਣਾਉਣਾ ਚਾਹੁੰਦੇ ਤਾਂ ਕੱਪੜਾ ਕਿੰਨਾ ਲੱਗੇਗਾ। ਓਕੇ, ਤਾਂ ਮੈਥਮੈਟਿਕਸ ਜਿਹੜਾ ਤੁਹਾਡੇ ਰੀਅਲ ਲਾਈਫ ਦੇ ਵਿੱਚ ਹਰ ਪਹਿਲੂ ਦੇ ਵਿੱਚ ਯੂਜ਼ ਹੁੰਦਾ ਹੈ। ਤਾਂ ਬੀ ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਇੱਕ ਸ਼ੰਕੂ ਅਤੇ ਇੱਕ ਵੇਲਣ ਦਾ ਅਰਧ ਵਿਆਸ ਅਤੇ ਉਚਾਈ ਇੱਕੋ ਜੀ ਹੈ। ਵੇਲਣ ਦਾ ਆਇਤਨ 300 ਹੈ ਤਾਂ ਸ਼ੰਕੂ ਦਾ ਆਇਤਨ ਕਿੰਨਾ ਹੋਵੇਗਾ। ਇੱਕ ਸ਼ੰਕੂ ਦਾ ਆਇਤਨ
ਵੇਲਣ ਦੇ ਆਇਤਨ ਦਾ 1/3 ਹੁੰਦਾ ਹੈ। ਤਾਂ ਮੇਰੇ ਕੋਲ ਵੇਲਣ ਦਾ ਆਇਤਨ 300 ਦੇ ਰੱਖਿਆ ਹੈ, ਇਹਨੂੰ 1/3 ਕਰ ਦੋ ਤਾਂ ਆਂਸਰ ਕਿੰਨਾ ਆ ਜਾਏਗਾ 100 ਸੈਂਟੀਮੀਟਰ ਕਿਊਬ। ਜੇਕਰ ਇੱਕ ਲੰਬ ਚੱਕਰੀ ਸ਼ੰਕੂ यानी कि राइट सर्कुलर कोन ਦੇ ਆਧਾਰ ਦਾ ਅਰਧ ਵਿਆਸ ਰੇਡੀਅਸ ਨੂੰ 3 ਗੁਣਾ ਕਰ ਦੋ, r ਦਾ ਬਣਾ ਲਓ 3r, ਉਚਾਈ ਵਿੱਚ ਕੋਈ ਬਦਲਾਵ ਨਾ ਆਵੇ ਤਾਂ ਨਵਾਂ ਆਇਤਨ ਕਿਹੋ ਜਿਹਾ ਹੋਵੇਗਾ। ਤਾਂ ਆਇਤਨ ਪਾਈ r ਸਕੁਆਇਰ h ਹੁੰਦਾ ਬੇਟਾ, r ਸਕੁਆਇਰ ਹੈ ਨਾ, ਤਾਂ r ਨੂੰ r ਨਾਲ ਮਲਟੀਪਲਾਈ ਕਰਾਂਗੇ ਤਾਂ 9 ਗੁਣਾ ਦਾ ਫਰਕ ਪਏਗਾ। ਇੱਥੇ ਕੀ ਲਿਖਿਆ ਹੋਇਆ ਹੈ, पहले वाले शंकु दे आयतन तो अद्धा, शंकु दे आयतन तो 3/4, आयतन दे बराबर, आयतन दा 1/3 बिल्कुल नहीं बेटा, इथे 3 लावांगे, ठीक है। पाई 3r स्क्वायर h बटे 3 दा पाई r स्क्वायर h बटे 3 ਆਪਾਂ अलग लिख लिया, इथे कितना आएगा 9 गुना ਦਾ फर्क है। सो ये किसी ऑप्शन ਦੇ ਵਿੱਚ आंसर नहीं है, ਤੁਸੀਂ बेटा कॉपी पर यही आंसर नोट करना है। क्वेश्चन नंबर 39, एक शंकु ਦਾ आयतन 100 घन सेंटीमीटर है, यानी कि वॉल्यूम ऑफ अ कोन इज 100 सेंटीमीटर क्यूब। ਇਸ ਦੇ ਆਧਾਰ ਤੇ ਅਰਧ ਵਿਆਸ ਵਿੱਚ ਕੋਈ ਬਦਲਾਵ ਨਹੀਂ ਹੈ, ਉਚਾਈ ਨੂੰ ਦੁੱਗਣਾ ਕਰ ਦਿੱਤਾ ਗਿਆ ਤਾਂ ਨਵਾਂ ਆਇਤਨ ਕਿੰਨਾ ਹੋਵੇਗਾ। ਆਲਰੇਡੀ ਆਪਣੇ ਕੋਲ 1/3 पाई r स्क्वायर h ਦੀ ਵੈਲਿਊ ਦੇ ਰੱਖੀ ਹੈ ਔਰ r ਸੇਮ ਰਹਿ ਰਿਹਾ ਹੈ, ਬਟ ਇਹਦੀ ਜਿਹੜੀ ਹਾਈਟ ਹੈ ਉਹਨੂੰ h ਤੋਂ ਕੀਤਾ ਗਿਆ ਹੈ 2h, ਤਾਂ ਨੈਚੁਰਲੀ ਬੇਟਾ ਟਵਾਈਸ ਦਾ ਫਰਕ ਪਏਗਾ, ਯਾਨੀ ਕਿ ਦੁੱਗਣਾ ਹੋ ਜਾਏਗਾ 200 ਸੈਂਟੀਮੀਟਰ ਕਿਊਬ। ਤੁਸੀਂ ਪੁੱਟ ਵੀ ਕਰਕੇ ਦੇਖ ਸਕਦੇ ਹੋ, ਇਹਨੂੰ ਤੁਸੀਂ h ਦੀ ਥਾਂ ਤੇ ਹੁਣ ਕਿੰਨਾ ਭਰਨਾ ਹੈ 2h, ਬਾਕੀ ਸਾਰੇ ਦੀ ਕੀਮਤ ਕਿੰਨੀ ਹੈ 100 ਨੂੰ 2 ਨਾਲ ਗੁਣਾ ਕਰਾਂਗੇ 200 ਸੈਂਟੀਮੀਟਰ ਕਿਊਬ। एक गोले ਦੀ ਕੁੱਲ ਸਤਹ ਦਾ ਖੇਤਰਫਲ, the total surface area of a sphere is 154 is the ਅਰਧ ਵਿਆਸ। ਓ ਮਾਈ ਗॉड, ਇਹ ਕੁਐਸਚਨ ਇੰਨੀ ਵਾਰੀ ਆਉਂਦਾ ਹੈ, ਤੁਹਾਡੇ ਐਕਸਰਸਾਈਜ਼ ਦੇ ਵਿੱਚ ਵੀ ਹੈਗਾ ਇਹ ਕੁਐਸਚਨ। ਤਾਂ ਆਪਣੇ ਕੋਲ 4 ਪਾਈ r ਸਕੁਆਇਰ ਦੀ ਵੈਲਿਊ ਕਿੰਨੀ ਦੇ ਰੱਖੀ ਹੈ 154 और r फाइंड आउट करना चाहते हैं। ओके, r स्क्वायर इज इक्वल्स टू 154 डिवाइडेड बाय 4 पाई, यानी कि 22/7। That means 154 multiplied by 7 upon 4 multiplied by 22। ਜਦੋਂ ਵੀ ਤੁਸੀਂ ਕੈਲਕੂਲੇਸ਼ਨ ਦੇਖੋ 22 and 154 11 ਦੇ ਟੇਬਲ ਪਰ ਕੈਂਸਲ ਆਊਟ ਕਰਨਾ ਹੈ, 11 2 जा 11 1 जा 11 4 जा 2 7 जा, so 7 multiplied by 7 upon 4, ਤਾਂ r ਕਿਹਦੇ ਬਰਾਬਰ ਆ ਜਾਏਗਾ ਬੇਟਾ अंडर रूट ऑफ 7 into 7 2 into 2, that is 7/2, यानी कि 3.5 is the answer। A option is the answer। एक अर्ध गोलाकार कटोरे ਦਾ ਅੰਦਰੂਨੀ ਵਿਆਸ 10.5 ਹੈ, 16 ਰੁਪਏ ਪ੍ਰਤੀ ਵਰਗ ਸੈਂਟੀਮੀਟਰ ਦਰ ਨਾਲ ਇਸ ਨੂੰ ਅੰਦਰੂਨੀ ਸਤਹ ਤੇ ਕਲੀ ਕਰਵਾਉਣ ਦਾ ਖਰਚ ਕਿੰਨਾ ਹੋਵੇਗਾ। ਕੁਐਸਚਨ ਨੰਬਰ 41 ਬੇਟਾ ਕਿਸ ਦੇ ਬਾਰੇ ਹੈ। ਅਗਰ ਆਪਾਂ ਕਲਰ ਕਰ ਰਹੇ ਹਾਂ ਤਾਂ ਨੈਚੁਰਲੀ ਉਹ ਖੇਤਰਫਲ ਦੇ ਉੱਪਰ ਰੰਗ ਕੀਤਾ ਜਾਂਦਾ ਹੈ, ਤਾਂ ਉਹਨੇ ਕੀ ਪੁੱਛਿਆ, ਉਹਦਾ ਅੰਦਰੂਨੀ ਖੇਤਰਫਲ ਪੁੱਛਿਆ ਹੈ। ਹੁਣ ਇਹ ਅਰਧ ਗੋਲਾ ਹੈ, ਇਹਦਾ ਮਤਲਬ ਔਰ ਕਲਰ ਕਰ ਤਾਂ ਉੱਪਰੋਂ ਕਵਰਡ ਨਹੀਂ ਹੈ, ਠੀਕ ਹੈ। ਕੀ ਕਿਹਾ ਗਿਆ ਉਹਨੇ, ਕਟੋਰਾ ਕਿਹਾ ਗਿਆ, ਜਿਵੇਂ ਇਸ ਤਰੀਕੇ ਨਾਲ ਕੌਲੀ ਹੁੰਦੀ ਹੈ। ਓਕੇ, ਤਾਂ ਗੁੰਬਦ ਹੋਵੇ ਜਾਂ ਕਟੋਰਾ ਹੋਵੇ, ਉਹਦੀ ਸ਼ੇਪ ਜਿਹੜੀ ਹੈ ਉਹ ਟੇਢੀ ਸਤਹ ਦਾ ਖੇਤਰਫਲ ਹੀ ਕੰਸੀਡਰ ਕਰਦੇ ਹੈ। ਇਹ ਟੇਢੀ ਸਤਹ ਦਾ ਖੇਤਰਫਲ ਜਿਹੜਾ ਹੈ ਉਹ ਕਿਹਦੇ ਬਰਾਬਰ ਹੋ ਜਾਂਦਾ ਹੈ 2 ਪਾਈ r ਸਕੁਆਇਰ। ਹੁਣ ਤੁਸੀਂ ਇਹਨੂੰ ਫਾਈਂਡ ਆਊਟ ਕਰੋ, 22/7 और r स्क्वायर, इन्हें व्यास क्या 10.5 है, ਤਾਂ ਆਪਾਂ ਇਹਦਾ ਹਾਫ ਲੈ ਲਾਂਗੇ, ਡਿਵਾਈਡ ਕਰਨੇ ਦੀ ਲੋੜ ਨਹੀਂ ਹੈਗੀ, ਬਾਈ 2 ਨਾਲ ਇਸ ਤਰੀਕੇ ਨਾਲ ਹੀ ਲਿਖ ਲਓ, 2 और 2 ਕੈਨਸਲ ਹੋ ਗਿਆ, 2 ਨਾਲ ਇੱਥੇ 11 ਕੈਨਸਲ ਹੋ ਗਿਆ, 7 and 105 1.5, ਠੀਕ ਹੈ। ਤਾਂ ਮੇਰੇ ਕੋਲ ਆ ਗਿਆ 11 ਗੁਣਾ 1.5 ਗੁਣਾ 10.5 ਸੈਂਟੀਮੀਟਰ ਸਕੁਆਇਰ ਇਜ਼ ਦਾ ਏਰੀਆ। ਹੁਣ ਇਹਨੂੰ 16 ਰੁਪਏ ਪ੍ਰਤੀ ਵਰਗ ਸੈਂਟੀਮੀਟਰ ਸਕੁਆਇਰ ਦਰ ਨਾਲ ਕਲਰ ਕਰਨਾ ਹੈ, ਤਾਂ ਸਿੰਪਲੀ ਤੁਸੀਂ 16 ਰੁਪਏ ਨਾਲ ਕੀ ਕਰਨਾ ਹੈ, ਇਹਨੂੰ ਮਲਟੀਪਲਾਈ ਕਰਨਾ ਹੈ। 2772 ਰੁਪਏ ਆਨਸਰ ਆਏਗਾ। ਪੁਆਇੰਟ ਸਾਰੇ ਖਤਮ ਹੋ ਜਾਣਗੇ, ਲੇਕਿਨ ਇੱਥੇ ਪੁਆਇੰਟ ਵਿੱਚ ਆਨਸਰ ਦੇ ਰੱਖਿਆ ਤੇ ਇਹ ਤੁਸੀਂ ਪੁਆਇੰਟ ਨਹੀਂ ਕੰਸੀਡਰ ਕਰਨਾ ਹੈ ਔਰ ਬੀ ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਇੱਕ ਅਰਧ ਗੋਲੇ ਦਾ ਅਰਧ ਵਿਆਸ ਯਾਨੀ ਕਿ ਹੈਮੀਸਫੀਅਰ ਦਾ ਰੇਡੀਅਸ 14 ਸੈਂਟੀਮੀਟਰ ਹੈ, ਉਸ ਦਾ ਘਣਫਲ ਕਿਹੜੇ ਸੂਤਰ ਨਾਲ ਨਿਕਲਦਾ ਹੈ।
रेडियस जिन्ना मर्जी होवे बेटा, घनफल यानी कि ਉਹਦਾ वॉल्यूम ਕਿਵੇਂ ਨਿਕਲੇਗਾ, ਉਹ ਤਾਂ ਇੱਕੋ ਹੀ ਸੂਤਰ ਹੁੰਦਾ ਹੈ 2/3 ਪਾਈ r ਕਿਊਬ। 4/3 ਪਾਈ r ਕਿਊਬ ਬੇਟਾ ਸਫੀਅਰ ਦੇ ਲਈ ਹੁੰਦਾ। ਇੱਕ ਗੋਲੇ ਦਾ ਘਨਫਲ 36 ਪਾਈ ਸੈਂਟੀਮੀਟਰ ਕਿਊਬ ਹੈ, ਇਸ ਦੀ ਕੁੱਲ ਸਤਹ ਦਾ ਖੇਤਰਫਲ ਕੀ ਹੋਵੇਗਾ। ਹੁਣ ਆਪਾਂ ਨੂੰ ਕੀ ਦੇ ਰੱਖਿਆ ਬੇਟਾ, ਇੱਕ ਸਫੀਅਰ ਦਾ ਆਪਾਂ ਨੂੰ ਵੋਲਿਊਮ ਦੇ ਰੱਖਿਆ, ਵੋਲਿਊਮ ਆਫ ਅ ਸਫੀਅਰ यानी कि 4/3 पाई r क्यूब ਦੀ ਵੈਲਿਊ ਦੇ ਰੱਖੀ ਹੈ 36 ਪਾਈ। ਉਹਦਾ ਖੇਤਰਫਲ ਪੁੱਛ ਰਿਹਾ ਹੈ ਤਾਂ ਰੇਡੀਅਸ ਤਾਂ ਪਹਿਲੇ ਫਾਈਂਡ ਆਊਟ ਕਰਨੀ ਹੀ ਪੈਣੀ ਹੈ। ਪਾਈ ਨਾਲ ਪਾਈ ਕੈਨਸਲ ਕਰ ਦੋ, r क्यूब is 36 multiplied by 3/4। ओके, सो अपन ਨੂੰ ਕੈਨਸਲ ਕਰਦੇ 4 9 are 36, r क्यूब is equal to 27, that means r is equal to क्यूब रूट घनमूल 27 ਦਾ ਆਨਸਰ ਕਿੰਨਾ ਆ ਗਿਆ ਮੇਰੇ ਕੋਲ 3। ਹੁਣ ਜਦੋਂ ਰੇਡੀਅਸ ਜਿਹੜਾ ਹੈ ਉਹ 3 ਸੈਂਟੀਮੀਟਰ ਮੇਰੇ ਕੋਲ ਆ ਚੁੱਕਿਆ ਹੈ r। ਹੁਣ ਫਾਈਂਡ ਆਊਟ ਕਰਨਾ ਉਹਦਾ ਟੋਟਲ ਸਰਫੇਸ ਏਰੀਆ 4 ਪਾਈ r ਸਕੁਆਇਰ। ਪਾਈ ਆਪਾਂ ਨੂੰ ਆਨਸਰ ਵਿੱਚ ਚਾਹੀਦਾ ਹੀ ਹੈ ਬੇਟਾ, r ਸਕੁਆਇਰ ਕਿੰਨਾ ਹੋ ਜਾਏਗਾ 9, 9 4 जा 36 ਪਾਈ। ਸੋ ਇਹ ਬੇਟਾ ਤੁਹਾਡੀ 4th ਵਰਕਸ਼ੀਟ ਸੀਗੀ। वर्कशीट जो करते हैं तो कई बार बच्चे महसूस करते हैं कि साडे पर एक्स्ट्रा बर्डन पाया जा रहा है। एक्स्ट्रा नहीं है बेटा, अगर तुसी इहनू चाह नाल समझोगे, क्वेश्चंस नू अगर सुनोगे भी, माड़ा मोटा लिखोगे भी, तो तुहानू बहुत सारे कंसेप्ट दिमाग विच बैठते रहणगे। कोई भी चीज है वो प्रैक्टिस दे नाल परफेक्ट कीती जा सकती है और रिपीटेशन दे नाल ही याद कीती जा सकती है। सो इस वर्कशीट नू करो, फॉर्मूलाज नू याद करो, जिन्नी बारी करोगे उन्नी बारी तुहानू ज्यादा ਇਹ ਯਾਦ ਹੁੰਦੇ ਜਾਣਗੇ। ਤੁਹਾਨੂੰ ਕਿਸੇ ਵੀ ਕੁਐਸਚਨ ਵਿੱਚ ਕੋਈ ਪ੍ਰੋਬਲਮ ਆਉਂਦੀ ਤੁਸੀਂ ਮੇਰੇ ਨਾਲ ਉਸ ਕੁਐਸਚਨ ਦਾ ਨੰਬਰ ਸਕਰੀਨਸ਼ਾਟ WhatsApp ਦੇ ਉੱਪਰ ਵੀ ਸ਼ੇਅਰ ਕਰ ਸਕਦੇ ਹੋ, ਮੈਂ ਉਹਦਾ ਜ਼ਰੂਰ ਹੱਲ ਕਰਾਂਗੀ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।